हुण जो पहली तुक है, द फर्स्ट लाइन ऑफ दिस पौड़ी, दिस इज द 7th पौड़ी ऑफ जप बाणी। जप बाणी की 7वीं पौड़ी है। द नेम ऑफ द बाणी इज जप। जप जी और जप जी साहिब इज व्हाट वी कॉल आउट ऑफ रिस्पेक्ट, असी रिस्पेक्ट दे नाल जप जी या जप जी साहिब कहने। तो जप बाणी की यह 7वीं पौड़ी है। दिस इज द 7th पौड़ी, 7th स्टैंजा ऑफ जप जी साहिब। जी पहली लाइन है यह हैगी है, जे जुग चारे आरजा होर दसूनी होए। Now when we go to the literal meanings of this paudi, then we find कि उत्थे लिखा जाता है कि if a person has a long and very long life, किसी की उम्र बड़ी लंबी हो जाए, 4 जुगां जिन्नी हो जाए, ते बहुत सारे लोग ਉਹਦੇ फॉलोवर्स बन जाण, ਉਹਨੂੰ ਮੰਨਣ वाले बन जाण, चंगा नाम बन जाए ਉਹਦਾ, पर जे रब की नज़र च नहीं आउंदा ते ਉਹ मार खांदा है। कीटां अंदर कीट कर दोषी दोष करे, ਜਿਹੜੇ ਜਿਹੜੇ ਅਸੀਂ ਕੁਕਰਮ ਕਰਦੇ ਉਸੇ ਅਨੁਸਾਰ ਅਸੀਂ ਨੀਵੇਂ ਹੁੰਦੇ ਜਾਂਦੇ। ਇਹ ਠੀਕ ਹੈ, ਇਹ ਬਾਹਰਲੀ ਦੁਨੀਆ ਵਾਸਤੇ ਠੀਕ ਹੈ, ਪਰ ਜਿਵੇਂ ਅਸੀਂ ਪਹਿਲਾਂ ਵੀ ਸ਼ੁਰੂ ਤੋਂ ਜਾਣਿਆ that ਜਪਜੀ ਸਾਹਿਬ ਔਰ ਇਵਨ ਹੋਲ ਬਾਣੀ ਇਜ਼ ਅਵਰ ਇਨਰ ਜਰਨੀ। ਇਸ ਜਪਜੀ ਦੀ ਬਾਣੀ ਜਿਸ ਦੀ ਅਸੀਂ ਵਿਚਾਰ ਕਰ ਰਹੇ ਹਾਂ, ਦਿਸ ਇਜ਼ ਅਬਾਊਟ ਕਿਵ ਸਚਿਆਰਾ ਹੋਈ ਹੈ, ਅਸੀਂ ਅੰਦਰੋਂ ਸਚਿਆਰੇ ਹੋਣਾ। ਤਾਂ ਮੈਂ ਅੰਦਰ ਦੀ ਗੱਲ ਨੂੰ ਅਸੀਂ ਜਾਣਨਾ ਇਸ ਪੌੜੀ ਰਾਹੀਂ, ਨਾਲੇ ਇਸ ਨੂੰ ਪਿਛਲੀ ਪੌੜੀ ਨਾਲ ਜੋੜਨਾ ਵੀ ਹੈ। ਹੁਣ ਪਿਛਲੀ ਪੌੜੀ ਵਿੱਚ ਸੀ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਅਸੀਂ ਆਪਣੀ ਮੱਤ ਦੇ ਵਿੱਚ ਸੋਹਣੇ ਰੱਬੀ ਗੁਣਾ ਦੇ those beautiful divine virtues ਦੇ gemstones, ਉਹਦਾ ਟ੍ਰੈਜਰ ਇਕੱਠਾ ਕਰਨਾ। ਇਸ ਕਰਕੇ ਹੁਣ ਇਹ ਜਿਹੜੀ ਅਗਲੀ ਪੌੜੀ ਹੈ ਇਹ ਉਸੇ ਦੀ ਕੰਟੀਨਿਊਐਂਸ ਵਿੱਚ ਹੈ, ਉਹਦੇ ਨਾਲ ਇਹਦੀ ਕੰਟੀਨਿਊਟੀ ਹੋਣੀ ਚਾਹੀਦੀ। ਤੋ ਜੇ ਜੁਗ ਚਾਰੇ ਆਰਜਾ, ਹੁਣ ਜਿਹੜਾ ਵਰਡ ਇੱਥੇ ਚਾਰੇ ਹੈ ਨਾ, ਇੱਥੋਂ ਅਸੀਂ ਕਈ ਵਾਰੀ ਮਿਸਅੰਡਰਸਟੈਂਡ ਕਰ ਜਾਂਦੇ ਹਾਂ। ਦੇਖੋ 4 ਪਿੱਛੇ ਵੀ ਆਇਆ ਸੀ, ਪਿਛਲੀ ਪੌੜੀ ਇੱਕ ਜਪਜੀ ਸਾਹਿਬ ਦੀ ਅਸੀਂ ਪੜ੍ਹੀ ਸੀ ਪਿੱਛੇ, ਉੱਥੇ ਆਇਆ ਸੀ ਗਾਵੇ ਕੋ ਗੁਣ ਵਡਿਆਈਆਂ 4। ਮੇਰੇ ਨਾਲ ਬੋਲਿਓ, ਗਾਵੇ ਕੋ ਗੁਣ ਵਡਿਆਈਆਂ 4। ਸਾਰੇ ਬੋਲੋ ਜੀ, ਗਾਵੇ ਕੋ ਗੁਣ ਵਡਿਆਈਆਂ 4। तो 4 ਵਡਿਆਈਆਂ ਨਹੀਂ, not 4। 4 ਦਾ ਉੱਥੇ ਅਰਥ ਸੀ ਬਿਊਟੀ, ਸੁੰਦਰਤਾ, ਸੋਹਣਾ। ਸੋਹਣੀਆਂ ਵਡਿਆਈਆਂ ਗੁਣਾਂ ਵਾਲੀਆਂ ਉਹਨਾਂ ਦੇ ਅੰਦਰ ਪ੍ਰਗਟ ਹੁੰਦੀਆਂ ਜਿਹੜੇ ਗਾਉਂਦੇ ਨੇ। ਯਾਦ ਰਹੇ, ਗਾਉਣ ਦਾ ਮਤਲਬ ਇਟਸ ਨਾਟ ਅਬਾਊਟ ਸਿੰਗਿੰਗ ਫਿਜ਼ੀਕਲੀ, ਮੂੰਹ ਨਾਲ ਗਾਉਣਾ ਨਹੀਂ ਸੀ, ਜ਼ਿੰਦਗੀ ਨੇ ਗਾਉਣਾ ਸੀ। ਯੋਰ ਲਾਈਫ ਸਿੰਗਸ। ਪ੍ਰੈਕਟਿਸ ਕੀ ਕਰਨਾ, ਉਹਨੂੰ ਅਸੀਂ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕੀ ਕਰ ਰਹੇ ਹਾਂ, ਸਾਡਾ ਜੀਵਨ ਕੀ ਗਾ ਰਿਹਾ, ਸਾਡੇ ਅੰਦਰ ਕੀ ਚੱਲ ਰਿਹਾ ਹੈ, ਉਹਨੂੰ ਕਿਹਾ ਗਾ। ਜਿਹੜਾ ਅੰਦਰ ਰੱਬੀ ਹੁਕਮ ਨੂੰ ਗਾ ਰਿਹਾ ਹੈ, one who is following, implementing, heeding to the divine ਹੁਕਮ, ਉਹਦੇ ਅੰਦਰ ਉਹ ਡਿਵਾਈਨ ਵਰਚੂਸ ਦੇ ਨਾਲ ਅੰਦਰੋਂ ਬਿਊਟੀ ਜਨਰੇਟ ਹੁੰਦੀ ਹੈ। ਗਾਵੇ ਕੋ ਗੁਣ ਵਡਿਆਈਆਂ 4। ਰੱਬੀ ਗੁਣਾਂ ਦੇ ਨਾਲ ਜਿਹੜੀਆਂ ਵਡਿਆਈਆਂ ਮਿਲਦੀਆਂ, ਉਹਦੇ ਨਾਲ ਸੁੰਦਰਤਾ ਆਉਂਦੀ ਹੈ, ਆਚਰਣ ਦੀ ਸੁੰਦਰਤਾ। ਤਾਂ ਚਾਰੇ ਵਰਡ ਇੱਥੇ ਵੀ ਸੁੰਦਰਤਾ ਨਾਲ ਰਿਲੇਟਡ ਹੈ, ਬਿਊਟੀ ਨਾਲ ਰਿਲੇਟਡ ਹੈ। ਜੇ ਜੁਗ ਕਹਿੰਦੇ ਨੇ ਟਾਈਮ ਨੂੰ, ਠੀਕ ਹੈ। ਉਹਨਾਂ ਨੇ ਵੈਦਿਕ ਜਿਹੜਾ ਲਿਟਰੇਚਰ ਹੈ, ਜਿਹੜਾ ਹਿੰਦੂ ਧਰਮ ਦਾ ਦ ਮਾਈਥੋਲੋਜੀ, ਹਿੰਦੂ ਮਾਈਥੋਲੋਜੀ, ਦੇ ਹੈਵ ਡਿਵਾਈਡਡ ਟਾਈਮ ਇਨਟੂ 4 ਡਿਫਰੈਂਟ ਜੁਗ, ਬਟ ਜੁਗ ਲਿਟਰਲੀ ਮੀਨਸ ਟਾਈਮ। ਉਹਨਾਂ ਨੇ ਵੱਖਰੇ ਵੱਖਰੇ ਡਿਵਾਈਡ ਕਰ ਲਏ। ਤਾਂ ਜੁਗ ਹੇਅਰ ਇਜ਼ ਟਾਈਮ। ਜਿਹੜਾ ਟਾਈਮ ਤੁਹਾਡੇ ਕੋਲ ਆ, ਕਿਹੜਾ ਟਾਈਮ ਤੁਹਾਡੇ ਕੋਲ ਆਪਾਂ ਪਿੱਛੇ ਵੀ ਜਾਣਿਆ ਸੀ। We have this time with us from birth till death. There are 2 points in your life. ਇੱਕ birth ਹੈ, ਇੱਕ ਜਨਮ ਹੈ, ਇੱਕ ਮੌਤ ਹੈ। ਇਹਦੇ ਵਿੱਚ ਜਿਹੜਾ ਟਾਈਮ ਹੈ ਤੁਹਾਡੇ ਕੋਲ ਹੈ। ਐਂਡ ਇਨ ਫੈਕਟ ਜਿਹੜਾ ਪਿੱਛੇ ਨਿਕਲ ਗਿਆ ਟਾਈਮ ਉਹ ਨਹੀਂ ਹੈ, ਜਿਹੜਾ ਅੱਗੇ ਆਉਣ ਵਾਲਾ ਵੀ ਪਤਾ ਨਹੀਂ। ਹਰ ਜਪਦਿਆਂ ਖਿਲ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ, ਹਮ ਕੋਈ ਗਾਰੰਟੀ ਥੋੜੀ ਹੈ। ਹਮ ਆਦਮੀ ਹਾਂ, ਮੇਰੇ ਨਾਲ ਬੋਲਿਓ ਸਾਰੇ, ਹਮ ਆਦਮੀ ਹਾਂ, ਸਾਰੇ ਬੋਲੋ, ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ। तो ਅਸੀਂ ਸਾਰੇ ਆਦਮੀ ਹਾਂ ਕਿਉਂਕਿ ਦਮ ਆ ਰਿਹਾ ਆ। ਵੀ ਆਰ ਬਰੀਥਿੰਗ, ਅੰਟਿਲ ਵੀ ਆਰ ਬਰੀਥਿੰਗ ਵੀ ਆਰ ਆਦਮੀ। ਭਾਵੇਂ ਔਰਤ ਕਹਿ ਲਓ, ਭਾਵੇਂ ਆਦਮੀ ਕਹਿ ਲਓ, ਉਦੋਂ ਤੱਕ ਹੀ ਜਦੋਂ ਤੱਕ ਸਾਹ ਆ ਰਿਹਾ ਹੈ। ਤੇ ਮੋਹਤ ਨਾ ਜਾਣਾ। ਮੋਹਲਤ ਹੁੰਦਾ ਟਾਈਮ ਪੀਰੀਅਡ। ਕਿੰਨਾ ਟਾਈਮ ਪੀਰੀਅਡ ਹੈ ਤੁਹਾਡੇ ਕੋਲ, ਕਿੰਨੀ ਮੋਹਲਤ ਮਿਲੀ ਹੈ। ਟਾਈਮ ਪੀਰੀਅਡ, ਸਪੈਨ, ਟਾਈਮ ਸਪੈਨ।
ਮੁਹੂਰਤ ਹੁੰਦਾ ਟਾਈਮ, ਮੁਹੂਰਤ ਵੀ ਕਹਿੰਦੇ ਜਿਹਨੂੰ। we don't know ਕਿ ਕਿੰਨਾ ਟਾਈਮ ਸਾਡੇ ਕੋਲ ਹੈ, ਕਿੰਨਾ ਟਾਈਮ ਸਪੈਨ ਸਾਡੇ ਕੋਲ ਹੈ। so all we have is this present moment, ਇਹ ਵੇਲਾ ਆ ਸਾਡੇ ਕੋਲ। ਹੁਣ ਦੇਖੋ, ਜੇ ਜੁਗ ਚਾਰੇ ਆਰਜਾ, ਆਰਜਾ ਹੁੰਦੀ ਆ ਉਮਰ, ਲਾਈਫ, ਜੁਗ ਹੋ ਗਿਆ ਟਾਈਮ। तो ਜਿਹੜੀ ਸਾਡੀ ਲਾਈਫ ਦਾ ਟਾਈਮ ਹੈ, ਜੇ ਇਹ ਚਾਰੇ, ਜੇ ਅਸੀਂ ਇਹਨੂੰ ਸਜਾਉਣ ਲੱਗ ਜਾਈਏ, ਇੰਪਰੂਵ ਕਰਨ ਲੱਗ ਜਾਈਏ, ਬਿਊਟੀਫਾਈ ਕਰਨ ਲੱਗ ਜਾਈਏ, ਚਾਰੇ ਹੁੰਦਾ ਆ ਸੋਹਣਾ ਬਣਾਉਣਾ। ਜਿੱਦਾਂ ਸੀ ਗਾਵੇ ਕੋ ਗੁਣ ਵਡਿਆਈਆਂ ਚਾਰ, ਚਾਰ ਹੁੰਦਾ ਸੋਹਣਾ ਬਣਾਉਣਾ। तो ਤੁਸੀਂ ਆਪਣੀ ਜਿਹੜੀ ਲਾਈਫ ਟਾਈਮ ਹੈ, ਆਰਜਾ ਦਾ ਯੁਗ ਸਮਾਂ, ਆਰਜਾ ਹੁੰਦੀ ਆ ਉਮਰ, ਦਿਸ ਲਾਈਫ ਆਊਟਰ ਐਂਡ ਵਿਦਿਨ, ਅੰਦਰੋਂ ਵੀ, ਜੇ ਤੁਸੀਂ ਅੰਦਰੋਂ ਸੋਹਣਾ ਬਣਾਉਣ ਲੱਗ ਗਏ ਇਸ ਟਾਈਮ ਨੂੰ, ਹੋਰ ਦਸੂਣੀ ਹੋਏ, ਤਾਂ ਜਿਹੜੀ ਅੰਦਰਲੀ ਸੁੰਦਰਤਾ ਹੋਰ 10 ਗੁਣਾ ਹੁੰਦੀ ਜਾਏਗੀ, ਤੁਹਾਡਾ ਜੀਵਨ ਹੋਰ ਸੋਹਣਾ ਹੁੰਦਾ ਜਾਏਗਾ। ਸੋ ਆਈ ਮਸਟ ਵਰਕ ਹਾਰਡ ਟੂ ਅਟੇਨ ਆਊਟਰ, ਜੋ ਸਾਨੂੰ ਬਾਹਰੋਂ ਅਕੰਪਲਿਸ਼ਮੈਂਟਸ ਨੇ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ। ਪਰ ਜੇ ਅੰਦਰਲੀ ਸੁੰਦਰਤਾ ਤੇ ਵਰਕ ਕਰਾਂਗੇ ਤੇ ਬਾਹਰੋਂ ਖੁਸ਼ੀਆਂ ਜਿਹੜੀਆਂ ਉਹ ਹੋਰ ਵੱਧਦੀਆਂ ਜਾਣਗੀਆਂ, ਉਹ ਹੋਰ ਸੋਹਣੇ ਹੁੰਦੇ ਜਾਵਾਂਗੇ। ਨਹੀਂ ਤਾਂ ਲੋਕ ਸਿਰਫ ਬਾਹਰ ਦੀ ਦੌੜ ਵਿੱਚ ਰਹਿ ਗਏ, ਮਾਇਆ ਕਾਰਨ ਧਾਵਹੀ ਮੂਰਖ ਲੋਕ ਅਜਾਨ। ਅਸੀਂ ਸਿਰਫ ਬਾਹਰ ਦੀ ਦੌੜ ਤੇ ਰਹਿ ਗਏ, ਬਾਹਰੋਂ ਸੋਹਣਾ ਬਣਨ ਤੇ ਮੈਂ ਜ਼ੋਰ ਰੱਖ ਲਿਆ ਕਿ ਮੇਰੇ ਤੇ ਕਾਲੀ ਪੱਗ ਸੋਹਣੀ ਲੱਗਦੀ, ਮੇਰੇ ਤੇ ਪੀਲੀ ਸੋਹਣੀ ਲੱਗਦੀ, ਮੇਰੀ ਦਾੜੀ ਐ ਸੋਹਣੀ ਲੱਗਦੀ, ਮੈਨੂੰ ਹੱਕ, ਇਹ ਤਾਂ ਠੀਕ ਹੈ। ਪਰ ਜਿਨ੍ਹਾਂ ਦੇ ਅੰਦਰ ਗੁਣ ਹੋਣ, ਆਪੇ ਸੋਚੋ, ਯੂ ਲਿਵ ਇਨ ਦਿਸ ਸੋਸਾਇਟੀ, ਵੈਦਰ ਯੂ ਲਿਵ ਇਨ USA, ਵੈਦਰ ਯੂ ਲਿਵ ਇਨ ਨਾਈਜੀਰੀਆ, ਵੈਦਰ ਯੂ ਲਿਵ ਇਨ ਇੰਡੀਆ, ਐਨੀਵੇਅਰ ਥਰੂ ਆਊਟ ਦਾ ਵਰਲਡ, ਜੇ ਕਿਤੇ ਅੰਟਾਰਕਟਿਕਾ 'ਚ ਵੀ ਰਹਿ ਲੋਗੇ 4 ਜਣੇ ਰਲ ਕੇ, ਤਾਂ ਵੀ ਟਰੁੱਥ ਤਾਂ ਇੱਕੋ ਹੀ ਰਹਿਣਾ, ਅਲਟੀਮੇਟ ਟਰੁੱਥ, ਕਿ ਬਾਹਰੋਂ ਮੈਂ ਜਿੰਨਾ ਮਰਜ਼ੀ ਸੋਹਣਾ ਬਣ ਜਾਵਾਂ, ਪਰ ਜੇ ਮੇਰੇ ਅੰਦਰ ਗੁਣ ਆ ਗਏ, ਜੇ ਮੈਂ ਅੰਦਰੋਂ ਸੋਹਣਾ ਹੋ ਗਿਆ, ਤੇ ਮੇਰੀ ਸੁੰਦਰਤਾ ਨੂੰ ਕੀ ਕਹਿੰਦੇ, 4 ਚੰਨ ਲੱਗ ਜਾਣਗੇ। ਇਹ ਕਹਿੰਦੇ ਆ, ਹੋਰ ਸੋਹਣੇ ਹੋ ਜਾਵਾਂਗੇ ਅਸੀਂ, ਹੋਰ ਦਸੂਣੀ ਹੋਏ, 10 ਗੁਣਾ ਤੋਂ ਭਾਵ ਮੈਨੀ ਫੋਲਡ। ਸੋ ਆਵਰ ਬਿਊਟੀ, ਆਵਰ ਇੰਪ੍ਰੈਸ਼ਨ, ਆਵਰ ਪਰਸਨੈਲਿਟੀ ਐਜ਼ ਹੋਲ, it grows manifold when we work on our inner self। ਜਦੋਂ ਆਪਣੇ ਲਾਈਫ ਟਾਈਮ ਦੇ ਵਿੱਚ ਇਹਨੂੰ ਇੰਪਰੂਵ ਕਰਨ ਵਿੱਚ ਅਸੀਂ ਧਿਆਨ ਦਿੰਦੇ ਆ। ਤਾਂ ਇੱਥੇ ਦੇਖੋ, if we improve all the time the stages of our life, inner and outer, with Guru's wisdom, ਜਦੋਂ ਅਸੀਂ ਗੁਰੂ ਦੇ ਗਿਆਨ ਦੇ ਨਾਲ ਆਪਣੇ ਆਪ ਨੂੰ ਇੰਪਰੂਵ ਕਰਨ ਲੱਗ ਜਾਂਦੇ ਆ, the inner beauty will grow manifold, ਉਹ ਹੋਰ ਸੋਹਣੇ ਅਸੀਂ ਹੁੰਦੇ ਜਾਂਦੇ ਆ। ਅਗਲੀ ਤੁਕ ਮੇਰੇ ਨਾਲ ਪੜਿਓ, ਨਵਾਂ ਖੰਡਾਂ ਵਿੱਚ ਜਾਣੀਐ, ਫਿਰ ਬੋਲੋ ਜੀ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ। ਹੁਣ ਇੱਕ ਤਾਂ ਬਾਹਰਲੀ ਦੁਨੀਆ ਦਾ ਸੀ ਕਿ ਕਿਸੇ ਕੋਲ ਬੜਾ ਨਾਮ ਹੈ, ਸਾਰੀ ਦੁਨੀਆ ਉਹਦੇ ਨਾਲ ਚੱਲਦੀ, that's a different story, but we are talking about our inner self, ਕਿ ਕਿਵੇਂ ਸਚਿਆਰਾ ਹੋਈਏ। we are talking about our inner consciousness। ਅੱਛਾ, ਕਦੀ ਸੋਚ ਕੇ ਦੇਖੋ, ਤੁਹਾਡੀਆਂ ਅੱਖਾਂ ਤੁਹਾਡੇ ਨਾਲ ਚੱਲ ਰਹੀਆਂ ਨੇ? ਨਹੀਂ ਚੱਲ ਰਹੀਆਂ, ਇਹ ਦੇਖਦੀਆਂ ਕੁਝ ਹੋਰ, ਮਨ ਕੁਝ ਹੋਰ ਬਣਾ ਰਿਹਾ ਆ। our eyes are watching something else, our mind is processing it differently। ਸਭ ਮਨ ਤੇ ਹੀ ਹੈ ਨਾ। ਇੱਕ ਬੰਦਾ ਘਰੋਂ ਬਾਹਰ ਨਿਕਲਦਾ ਆ, ਮਨ ਦੇ ਵਿੱਚ ਮੈਲ ਹੈ, ਬਾਹਰ ਕਿਸੇ ਔਰਤ ਨੂੰ ਦੇਖਦਾ ਤੇ ਕੁਝ ਹੋਰ ਸੋਚਦਾ, ਪਰ ਆਪਣੇ ਘਰ ਬੈਠੀ ਆਪਣੀ ਭੈਣ ਤੇ ਮਾਂ ਨੂੰ ਜਦੋਂ ਦੇਖਦਾ, ਅੱਖਾਂ ਤੇ ਉਹੀ ਨੇ, ਸੇਮ ਆਈਜ਼, ਪਰ ਪ੍ਰੋਸੈਸਿੰਗ ਡਿਫਰੈਂਟ ਹੈ, ਅੰਦਰ ਕੁਝ ਹੋਰ ਚੱਲ ਰਿਹਾ ਹੈ ਕਿ ਨਹੀਂ। ਮੈਂ ਬਾਹਰ ਜਾਣਾ ਆ, ਬਾਹਰ ਜਾ ਕੇ ਗੁਰਦੁਆਰੇ ਤੋਂ ਬਾਹਰ ਮੈਂ ਕਿਸੇ ਨਾਲ ਬੋਲਣ ਲੱਗਿਆ, ਮੇਰੀ ਸੇਮ ਜੀਭ ਹੈ, ਉਹੀ ਜੀਭ ਹੈ, ਉੱਥੇ ਬੋਲਣ ਲੱਗੇ ਮੈਂ ਝੂਠ ਬੋਲ ਜਾਂਦਾ, ਨਿੰਦਿਆ ਕਰ ਜਾਂਦਾ। ਇੱਥੇ ਆ ਕੇ ਮੈਂ ਕਹਿੰਦਾ ਨਹੀਂ, ਮੈਥੋਂ ਨਹੀਂ ਬੋਲ ਹੁੰਦਾ ਜੀ, ਮੈਂ ਗੁਰਦੁਆਰੇ ਖੜਾ, ਮੈਂ ਤਾਂ ਸੱਚ ਹੀ ਬੋਲਾਂਗਾ। ਉਹੀ ਜੀਭ ਹੈ ਨਾ। ਇਹਦਾ ਮਤਲਬ ਕਨੈਕਸ਼ਨ ਹੀ ਨਹੀਂ ਹੈ, ਅੰਦਰ ਕੁਝ ਹੋਰ ਹੈ, ਬਾਹਰ ਕੁਝ ਹੋਰ ਹੈ। ਮੇਰੀ ਆਪਣੀ ਸੈਂਸਸ, ਮੇਰੇ ਸੈਂਸਰੀ ਆਰਗਨਸ ਇਹੀ ਮੇਰੇ ਨਾਲ ਨਹੀਂ ਚੱਲ ਰਹੇ, ਮੇਰੀ ਮਨ ਮੇਰੇ ਨਾਲ ਨਹੀਂ ਚੱਲ ਰਿਹਾ, ਮੇਰੀ ਮੱਤ ਮੇਰੇ ਨਾਲ ਨਹੀਂ ਚੱਲ ਰਹੀ। ਮੈਂ ਦੁਨੀਆ ਨੂੰ ਨਾਲ ਲੈ ਕੇ ਕੀ ਕਰ ਲੈਣਾ ਹੈਗਾ ਕਿ ਨਹੀਂ। ਦੇयर ਆਰ ਮੈਨੀ ਪੀਪਲ ਅਰਾਊਂਡ ਦ ਵਰਲਡ, ਦੇ ਹੈਵ ਮੈਨੀ ਫਾਲੋਅਰਸ, ਬੜੇ ਵੱਡੇ ਬਾਬੇ ਬਣ ਕੇ ਬੈਠ ਗਏ, ਵੱਡੇ ਲੀਡਰਸ ਬਣ ਕੇ ਬੈਠ ਗਏ, ਬਟ ਅੰਦਰੋਂ ਮੈਲ ਹੈ, ਉਹ ਗਈ ਨਹੀਂ ਕਿਤੇ ਵੀ। ਉਹਨਾਂ ਬਾਰੇ ਗੱਲ ਹੋ ਰਹੀ ਹੈ ਇੱਥੇ। ਤਾਂ ਅੰਦਰੋਂ ਮੇਰੇ ਨਾਲ ਤਾਂ ਕੁਝ ਚੱਲ ਹੀ ਨਹੀਂ ਰਿਹਾ, ਨਾ ਮੇਰੀ ਸੁਰਤ ਮੇਰੇ ਨਾਲ ਚੱਲ ਰਹੀ ਹੈ, ਨਾ ਮੇਰੀ ਅਕਲ ਚੱਲ ਰਹੀ, ਨਾ ਮੇਰਾ ਮਨ ਚੱਲ ਰਿਹਾ, ਨੀਦਰ ਮਾਈ ਆਈਜ਼, ਇਹਦੀ ਪ੍ਰੋਸੈਸਿੰਗ ਕੁਝ ਵੀ ਨਾਲ ਨਹੀਂ ਚੱਲ ਰਹੀ। ਤਾਂ ਗੁਰੂ ਜੀ ਕਹਿੰਦੇ, ਜੇ ਅਸੀਂ ਆਪਣੇ ਵੇਲੇ ਦੇ ਵਿੱਚ ਗੁਰੂ ਦੇ ਗਿਆਨ ਦੇ ਨਾਲ ਆਪਣੇ ਆਪ ਨੂੰ ਇੰਪਰੂਵ ਕਰਨ ਲੱਗ ਜਾਈਏ, ਜਿਹੜੀ ਪਿਛਲੀ ਲਾਈਨ ਸੀ, ਇਫ ਵੀ ਇੰਪਰੂਵ all the time of our life
ਥਰੂ ਗੁਰੂਜ਼ ਵਿਜ਼ਡਮ। ਜਦੋਂ ਗੁਰੂ ਦੇ ਗਿਆਨ ਨਾਲ ਆਪਣੇ ਆਪ ਨੂੰ ਇੰਪਰੂਵ ਕਰਦੇ ਫਿਰ ਕੀ ਹੁੰਦਾ ਆ, ਨਵਾਂ ਖੰਡਾਂ ਵਿੱਚ ਜਾਣੀਏ। 9 ਖੰਡ ਮੀਨਸ ਐਵਰੀਥਿੰਗ, ਸਾਡੇ ਅੰਦਰ ਜਿੰਨਾ ਕੁਝ ਹੈ ਐਵਰੀਥਿੰਗ ਥਰੂ ਆਊਟ ਦ ਇਨਰ ਕ੍ਰੀਏਸ਼ਨ ਜਾਣੀਏ। ਅਸੀਂ ਜਾਣ ਲਈਏ ਗੁਰੂ ਦੇ ਗਿਆਨ ਨੂੰ, ਵਸਾ ਲਈਏ, ਇੰਟਰਨਲਾਈਜ਼ ਕਰ ਲਈਏ, ਰਿਅਲਾਈਜ਼ ਕਰ ਲਈਏ। ਨਾਲ ਚੱਲੇ ਸਭ ਕੋਈ। ਜੇ ਅਸੀਂ ਗੁਰੂ ਦੇ ਗਿਆਨ ਨੂੰ ਅੰਦਰ ਵਸਾਉਣ ਲੱਗ ਗਏ ਥਰੂ ਆਊਟ ਆਵਰ ਐਂਟਾਇਰ ਕੌਨਸ਼ੀਅਸਨੈਸ, ਐਂਟਾਇਰ ਥਾਟ ਪ੍ਰੋਸੈਸ, ਫਿਰ ਕੀ ਹੋਏਗਾ, ਸਾਡਾ ਮਨ ਵੀ ਸਾਡੇ ਨਾਲ ਚੱਲੇਗਾ, ਸਾਡੀ ਸੁਰਤ ਵੀ ਚੱਲੇਗੀ, ਸਾਡੀਆਂ ਅੱਖਾਂ ਵੀ ਸਹੀ ਦੇਖਣਗੀਆਂ। ਜਦੋਂ ਅੰਦਰ ਗੁਰੂ ਦਾ ਗਿਆਨ ਹੋਏਗਾ ਮੈਨੂੰ ਪਤਾ ਹੋਏਗਾ ਕਿ ਮੈਂ ਕੀ ਦੇਖਣਾ, ਕਿਵੇਂ ਦੇਖਣਾ, ਮੈਨੂੰ ਸਮਝ ਹੋਏਗੀ ਮੈਂ ਕੀ ਬੋਲਣਾ ਹੈ, ਮੈਂ ਜੋ ਸੁਣ ਰਿਹਾ ਇਹਨੂੰ ਮੈਂ ਕੀ ਪ੍ਰੋਸੈਸ ਕਰਨਾ ਹੈ, ਇਹਦਾ ਫਿਰ ਪਤਾ ਹੋਏਗਾ, ਅਦਰਵਾइज ਨਹੀਂ ਪਤਾ ਹੋਏਗਾ। ਸਭ ਕੋਏ, all my senses, whole of my consciousness, so if every part of our consciousness ਨਵਾਂ ਖੰਡਾਂ ਵਿੱਚ ਜਾਣੀਏ, ਅਸੀਂ ਐਕਸਰਸਾਈਜ਼ ਕਰੀਏ ਡਿਵਾਈਨ ਵਿਜ਼ਡਮ ਨੂੰ, ਗੁਰੂ ਦੇ ਗਿਆਨ ਨੂੰ। ਜੇ ਅਸੀਂ ਆਪਣੇ ਅੰਦਰ ਜਾਣਨ ਲੱਗ ਜਾਈਏ, ਹਾਰਡ ਵਰਕ ਹੈ, ਥੋੜਾ ਮੁਸ਼ਕਲ ਹੈ ਭਾਈ ਸਾਹਿਬ, ਇਹ ਤਾਂ ਗੱਲਾਂ ਹੀ ਕੁਝ ਹੋਰ ਹੋ ਗਈਆਂ। ਅਸੀਂ ਤਾਂ ਸੋਚਿਆ ਹੀ ਕੁਝ ਹੋਰ ਸੀ ਕਿ ਇੰਨੀ ਵਾਰੀ ਜਪਜੀ ਸਾਹਿਬ ਦੇ ਪਾਠ ਕਰਾਂਗੇ ਤੇ ਆਹ ਕੰਮ ਹੋ ਜਾਏਗਾ। ਸਾਨੂੰ ਇਹ ਦੱਸਿਆ ਗਿਆ ਹੈ 108 ਪਾਠ ਕਰ ਲਓ ਇਦਾਂ ਹੋ ਜਾਏਗਾ, 24 ਪਾਠ ਕਰ ਲਓ ਇਹ ਹੋ ਜਾਏਗਾ, ਆਹ ਮਾਲਾ ਫੜ ਲਓ ਇੰਨੀ ਵਾਰੀ ਘੁਮਾਈ ਜਾਓ ਤੇ ਇਹ ਹੋ ਜਾਏਗਾ। ਇਦਾਂ ਨਹੀਂ ਹੁੰਦਾ। there is a beautiful couplet by ਕਬੀਰ ਕਬੀਰ ਜੀ ਜਿਹੜੇ ਭਗਤ ਕਬੀਰ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਆ, ਉਹਨਾਂ ਦੇ ਅੱਗੇ ਹੋਰ ਵੀ ਸਕਸੈਸਸ ਹੋਏ। ਉਹਨਾਂ ਚੋਂ ਇੱਕ ਨੇ ਬੜਾ ਸੋਹਣਾ ਦੋਹਾ ਲਿਖਿਆ ਹੈ, ਉਹ ਕਹਿੰਦੇ ਮਾਲਾ ਫੇਰਤ ਜੁਗ ਗਿਆ ਫਿਰਾ ਨਾ ਮਨ ਕਾ ਫੇਰ। ਮਾਲਾ ਫੇਰ ਫੇਰ ਕੇ ਜੁਗ, ਉਮਰ ਬਤੀਤ ਹੋ ਗਈ, ਉਮਰ ਲੰਘ ਗਈ, ਸਮਾਂ ਲੰਘ ਗਿਆ। we've been like going through all those rosaries, ਉਹ ਮਣਕਿਆਂ ਦੇ ਉੱਤੇ ਏਦਾਂ ਕਰਕੇ ਕਿੰਨੀ ਵਾਰੀ ਲੋਕੀ ਪਤਾ ਨਹੀਂ ਇੱਕ ਦਿਨ 'ਚ ਕਿੰਨੀਆਂ ਮਾਲਾ ਘੁਮਾ ਛੱਡਦੇ ਆ। ਫੇਰ ਤੀ ਮਾਲਾ ਤਾਂ ਫੇਰ ਦਿੱਤੀ, ਫਿਰਾ ਨਾ ਮਨ ਕਾ ਫੇਰ, ਮਨ ਦਾ ਤੇ ਫੇਰ ਫਿਰਿਆ ਹੀ ਨਹੀਂ, ਅੰਦਰੋਂ ਕੁਝ ਚੇਂਜ ਹੀ ਨਹੀਂ ਹੋਇਆ, ਮਾਲਾ ਚੇਂਜ ਹੁੰਦੀ ਗਈ। ਇਹ ਵਾਲੀ ਮਾਲਾ ਸੋਹਣੀ ਲੱਗਦੀ ਹੈ, ਇਹ ਰੇਡੀਅਮ ਵਾਲੀ ਮਾਲਾ ਮੈਨੂੰ ਯਾਦ ਹੈ, ਮੈਂ ਵੀ ਪਾਉਂਦਾ ਹੁੰਦਾ ਸੀ। ਇਹ ਰਾਤ ਨੂੰ ਜਗਦੀ ਹੈ, ਇਹਦੇ ਤੇ ਸਿਮਰਨ ਕਰਨਾ ਹੈ। ਕਿਸੇ ਨੇ ਲਕੋ ਕੇ ਮਾਲਾ ਸਿਮਰਨ ਕਰਨਾ ਹੈ, ਕਿਸੇ ਨੇ ਵੱਡੀ ਮਾਲਾ ਫੜ ਲਈ। A few days earlier I watched on Facebook, ਕਿਸੇ ਨੇ ਪੋਸਟ ਪਾਈ ਜੀ ਗੁਰੂ ਗੋਬਿੰਦ ਸਿੰਘ ਦੀ ਮਾਲਾ। ਇਹ ਗੁਰੂ ਗੋਬਿੰਦ ਸਿੰਘ ਦੀ ਮਾਲਾ ਹੈ ਤੇ no one throughout the world has ever been able to count ਕਿ ਇਹਦੇ 'ਚ ਕਿੰਨੇ ਮਣਕੇ ਆ। ਇੰਨੀ ਅਕਲ ਰਹਿ ਗਈ ਅੱਜ ਸਿੱਖਾਂ ਕੋਲ ਕਿ ਨਾਲੇ ਤੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਲਾ ਫੜਾ ਦਿੱਤੀ ਤੇ ਨਾਲੇ ਅਸੀਂ ਇਹ ਵੀ ਕਹਿਤਾ ਕਿ ਇਹਦੇ ਮਣਕੇ ਨਹੀਂ ਕਿਸੇ ਕੋਲੋਂ ਗਿਣੇ ਗਏ ਅਜੇ ਤੱਕ, ਔਰ ਅਸੀਂ ਉਹਨੂੰ ਸ਼ੇਅਰ ਕਰ ਦਿੱਤੇ। ਥੱਲੇ ਲਿਖਣ ਮੈਂ ਕਮੈਂਟਸ ਦੇਖਦਾ ਮੈਂ ਥੱਲੇ, ਫਿਰ ਬਸ ਉੱਥੇ ਇੱਕੋ ਹੀ ਹੁੰਦਾ ਕਮੈਂਟ, ਵਾਹਿਗੁਰੂ 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 ਥਰੂ ਆਊਟ ਐਂਟਾਇਰਿਟੀ ਇਨਫਿਨਿਟੀ, ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਹੁੰਦਾ। ਨੋਬਡੀ ਇਜ਼ ਯੂਜ਼ਿੰਗ देयर ਕਾਮਨ ਸੈਂਸ ਐਟ ਆਲ। ਕਿ ਜਿਹੜੀ ਬਾਣੀ ਤੁਹਾਨੂੰ ਕਹਿ ਰਹੀ ਹੈ ਕਿ ਨਹੀਂ ਭਾਈ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤਾ ਕੋ ਸੁਖ ਬਿਸਰਾਮ, ਮਾਲਾ ਦੀ ਤੇ ਗੱਲ ਹੀ ਨਹੀਂ ਹੈ ਬਾਣੀ 'ਚ। ਉਹ ਤੇ ਇਸ ਚੀਜ਼ ਨੂੰ ਖੰਡਿਤ ਕੀਤਾ ਕਿ ਇਹ ਕੰਮ ਹੀ ਨਹੀਂ ਕਰਨਾ। तो माला फेरत जुग भया फिरा ना मन का फेर। कबीरदास कहते कर का मन का डार दे, ये हाथ वाला मणका छड़, मन का मणका फेर, अपने मन का मणका फेर। इन्हू थोड़ी जी मुश्किल लगती है। तो नवा खंडा विच जाणीए, इफ एवरी पार्ट ऑफ आवर माइंड, साडी कॉन्शियसनेस जिहड़ी है एक्सरसाइजेस डिवाइन विजडम, जे गुरु दे विजडम नू एक्सरसाइज करन लग जाए, जाणीए जानन लग जाए कि मेरे गुरु ने यह कहा मैनू, फिर मैनू बोलना आ जाएगा, फिर मैं जो देख रहा हूं प्रोसेस करना आ जाएगा, फिर मैं जो सुन रहा हूं प्रोसेस करना आ जाएगा। मेरे अंदरों वो सूतक निकल जाएंगे। मन का सूतक लोभ है, बोलियो मेरे नाल, मन का सूतक लोभ है, जेहवा सूतक कूड़, अखी सूतक वेखना, परते पर धन रूप, कन्नी सूतक कन पै, लायत बारी खाए। तो कन्ना नू सूतक है, कन्ना च मैल पई है। तो नवा खंडा विच जाणीए, जे असीं अपने अंदर दे 9 खंड सारी एंटायरिटी विच गुरु दे उपदेश नू जाण लईए तां नाल चले सब कोई। ऑल ऑफ आवर सेंसेस, ऑल ऑफ आवर कॉन्शियसनेस, ऑल ऑफ आवर थॉट्स, ये जिन्नी भी प्रोसेसिंग है विल accompany us, साडे नाल चलेगी। किधर चलेगी जी? केव सचियारा होई है उस जर्नी वाल, साडे सचियार होने वाली जर्नी ट्रुथफुलनेस प्योरिटी वाल सानू लैके चलणगे।
नहीं तो पाठ असीं करी जावांगे, अखां किते होर लै जाणगीਆਂ, ਕੰਨ ਕਿਸੇ ਹੋਰ ਪਾਸੇ, ਗੁਰਦੁਆਰੇ ਬੈਠ ਕੇ ਸੇਵਾ ਕਰਦੇ ਭਾਵੇਂ ਉੱਪਰ ਭਾਵੇਂ ਲੰਗਰ ਹਾਲ 'ਚ ਭਾਵੇਂ ਬਾਹਰ ਖੜੇ, ਧਿਆਨ ਕਿਸੇ ਹੋਰ ਪਾਸੇ, ਤੇ ਫਿਰ यात्रा ही पुठी हो गई। तो मुंह में राम बगल में छुरी हो जाएगा, फिर पार उतारा नहीं होएगा। फिर उसनों गुरबाणी चाहुंदा है सेवा थोड़ी ਮੰਗਣ ਬਹੁਤਾ, महल ना पावे कह तो पौता। ਉਹਨੂੰ महल ਉਹਨੂੰ ਟਿਕਾਣਾ ਨਹੀਂ ਮਿਲਦਾ, ਉਹ ਕਿਤੇ ਵੀ ਨਹੀਂ ਪੁੱਜਦਾ, ਕਿਉਂਕਿ ਉਹ ਅਲੱਗ ਪਾਸੇ ਤੁਰ ਗਿਆ। ਉਹਦੇ ਸੈਂਸਸ, ਉਹਦੀ ਕੌਨਸ਼ੀਅਸਨੈਸ ਉਹਦੇ ਨਾਲ ਹੀ ਨਹੀਂ ਚੱਲੀ। ਅਗਲੀ ਤੁਕ ਮੇਰੇ ਨਾਲ ਪੜਿਓ ਜੀ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ। ਸਾਰੇ ਬੋਲਿਓ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ। तो कोई चीज़ा ने इस लाइन को समझने लिए बड़ा इजी हो जाएगा। नाउ असी पहला भी डिस्कस किया सी, नाउ हैगा न्याओ, इंसाफ। भाई कान सिंह नाभा, प्रोफेसर साहब सिंह भी इसनों इस तरह डिफाइन कर दे। नाउ डजंट मीन अ प्रॉपर नाउन, गुण, हुक्म रब दा। तो असी हुक्म की गल कर रहे हैं जपजी साहब विच कि हुक्म रजाई चलना सचियार होने लई। ओदा न्याओ, ओदा हुक्म, ओदा ऑर्डर जो साडे अंदर बैठा परमात्मा है, जदों असीं उहनूं अंदर रखदे हां, टिका लैंदे कि मैं तो इसे अनुसार ही चलना, मैं तो इनू ही फॉलो करना। फिर जस कीरत जग ले। जग साडी अंदरला जग, साडे अंदरली रचना सारी। तो बाहरली रचना नूं असीं बाद देख लांगे, पहलां असीं अपने अंदर ते काम करिए। गुरबाणी खासकर जपजी साहिब तुसीं सारे पढ़दे हो। गुरु साहिब की कहंदे मन जीतै जग। तुसीं दुनिया नूं जितण दीआं गल्लां ते ना पवो, इसनों जित लो। अंदर आले अंदरों सचियार हो जाओ। वर्क इत्थे करो। फलाना की कर रहा की नहीं कर रहा डजंट मैटर, डजंट कंसर्न मी। मेरे नाल कोई लेना देना नहीं उस चीज। आई कैन नॉट चेंज एनीवन। मैं अपने आप पे कंट्रोल किवें करना है कि मैं की बोली जा रहा हां। जुबान बड़ी उत्तम चीज है, रब ने बड़ी वड्डी शक्ति दी है। जो हुणे आपां डिस्कस कर रहे सी ना, कबीर मेरी सिमरनी रसना उपर राम। कबीर कहते तुसी एडिट तुहाडी जुबान है ना, द टंग गिफ्टेड बाय गॉड, ए माड़ा आ, ए वखरिया माड़ा ना फड़ो। तुहाडी जुबान माड़ा आ, इत्थों सिमरन होना आ जुबान तो। वाहिगुरू वाहिगुरू नहीं, तुसी बोलदे की पए हो, चल की रहा है। जदों अंदर इंटेंशनस चंगियां ने, फिर इस तो चंगी गल जे निंदिया चल रही है, ईर्खा चल रही है, झूठ चल रहा है, तो सिमरन ही गलत हो रहा है। राम, राम हुंदा रोम रोम विच रमिया होया, वन हू इज ओमनी प्रेजेंट। जदों मैं जान लिया कि सारियां च रब है, ओमनी प्रेजेंट हर जगह आया, फिर मैं इहदे नाल झूठ नहीं बोलांगा, फिर इहदे नाल मैं निंदिया नहीं करांगा। आई वोंट वेस्ट माय टाइम इन स्लैंडर, इन क्रिटिसाइजिंग अदर्स, रादर आई विल इन्वेस्ट माय टाइम इन इंप्रूविंग माई सेल्फ। जे जुग चारे आर जा, मैं इनू सोहना बनाउणा है, तो मैं अपनी जुबान नाल चंगा बोलना। जिथे जाए बईए चंग भला कही है, झोल अमृत पी जाए। ये मेरा सिमरन है, ये मेरी माला है। रसना उपर राम, मेरी रसना, मेरी जीभ दे उत्ते राम 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 बोलना नहीं है। मेरी रसना नूं पता है, मेरी जीभ नूं पता है कि सब कुछ परमात्मा ही है। हुण इहनूं पता है कि मैं की सोच के की बोलना है, इहदा कनैक्शन बन गया है। हुण मेरे नाल चल रही है, उस राह दे उत्ते नाल चले सब कोई। चंगा नाम रखाए के, हुण जानो चंगा नाम, द गॉडली वर्च्यूज, ओदे हुक्म चों मिलण वालियां गुण वडियाइयां चार। ओड़ी सुंदरता, ओ सोहणियां गुण, उन्हां दीयां वडियाइयां रखाए के, टू कीप, प्रिजर्व, उन्हां नूं अपने अंदर प्रिजर्व करके। जस कीरत, द ग्लोरी, द ऑनर, जस बाहरला जस नहीं। बाहर ते लोकी झूठ बोल के ठगियां करके बहुत सारा पैसा कमा के जो किसी को चैरिटी दे देते वो भी जस लै लेंगे। वो जस नहीं, वो झूठा आ। जस है वो जो अंदर मिलना आ, द रियल ऑनर विद इन। जग, वर्ल्ड, तो दुनियावी जस की गल बाणी च नहीं हो रही। अपने अंदर तो ऑनर आवे, साडे अंदर अपनी सेल्फ रिस्पैक्ट ही है नहीं, बाहरों रिस्पैक्ट भालदे फिरदे है कि नहीं। जानो इस गल नूं, जदों असीं किसी की निंदिया करते हैं, वी आर लूजिंग अवर सेल्फ रिस्पैक्ट। असीं अपने आप की रिस्पैक्ट ही नहीं कर रहे, तां असीं किसी होर बंदे वास्ते अपने वर्ड्स वेस्ट कर रहे हैं। वी आर वेस्टिंग अवर टाइम, अवर एनर्जी। रिस्पैक्ट योरसेल्फ, रिस्पैक्ट योर टाइम। रब ने तुहानूं इन्नी सोहनी जिंदगी दी है। इट्स नॉट अबाउट टू बॉदर ऑन ऑल दोज थिंग्स व्हिच यू कैन नॉट चेंज।
It's not about to discuss people and events outside which are beyond your control या जिन्हां ते कहण दा तुहाडा कोई मतलब ही नहीं बनदा. You are disrespecting your life. You are disrespecting yourself. You are dishonoring the परमात्मा, उस God, उस रब नूं तुसीं डिसऑनर कर रहे हो, बेअदबी कर रहे हो सिद्धे लफ्जां दे विच. तो अदब रखो अपना, जानो इस गल नूं कि उस परमात्मा ने दिते हुए गुण उहदे हुक्म राही उन्हां नूं टिकाओ अपने अंदर, ताकि अंदर रियल ऑनर आवे, जस आवे. तो इत्थे हो गया, इफ वी प्लेस दैट ब्यूटीफुल वर्च्यू ऑफ लिविंग इन डिवाइन हुक्म, चंगा नाउ हुक्म परमात्मा दे हुक्म विच असीं जीवन दी आदत पा लईए, गुण पा लईए इन आवर हार्ट अंदर, then we receive real recognition, the real honor, respect अपने अंदर सानू मिल जाता है. सतगुरु अगली तुक च फरमान करदे, मेरे नाल बोलियो, जे तिस नदर ना आवई तां वात ना पुछै के. हुण जे उधर नजर ही नहीं कीती असीं, ਜਿਹੜਾ ਸਾਡੇ ਅੰਦਰ ਰੱਬ ਬੈਠਾ ਆ, ਜੇ ਮੈਂ ਉਹਦੇ ਪਾਸੇ ਨਜ਼ਰ ਹੀ ਨਹੀਂ ਕਰਦਾ, ਨਜ਼ਰ ਅੱਖਾਂ ਨਾਲ ਦੇਖਣਾ ਵੀ ਹੁੰਦਾ, ਖਿਆਲ ਕਰਨਾ ਵੀ ਹੁੰਦਾ, ਫੋਕਸ ਕਰਨਾ ਵੀ ਹੁੰਦਾ, ਤੂੰ ਇੱਧਰ ਸਾਡੇ ਵੱਲ ਵੀ ਤੇਰੀ ਨਜ਼ਰ ਹੈ ਕਿ ਨਹੀਂ? ਕਹਿੰਦੇ ਨੇ ਲੋਕੀ, ਤੁਸੀਂ ਕਿੱਥੇ ਸਾਡੇ ਵੱਲੋਂ ਨਜ਼ਰਾਂ ਹੀ ਫੇਰ ਲਈਆਂ ਜੀ. ਤਾਂ ਨਜ਼ਰਾਂ ਫੇਰ ਲਈਆਂ ਡਜ਼ਨਟ ਮੀਨ ਕਿ ਉਹਨੂੰ ਅੱਖਾਂ ਨਾਲ ਦਿਖਾਈ ਨਹੀਂ ਦੇ ਰਿਹਾ. ਸਮਨ ਮੇ ਬੀ ਸਿਟਿੰਗ ਇਨ ਫਰੰਟ ਆਫ ਯੂ, ਲਿਵਿੰਗ ਵਿਦ ਯੂ, ਪਰ ਜਦੋਂ ਤੁਹਾਡੀ ਕੇਅਰ ਨਹੀਂ ਕਰਦਾ, ਤੁਹਾਡੀ ਗੱਲ ਨਹੀਂ ਸੁਣਦਾ ਜਾਂ ਗੱਲ ਕਰਦਾ ਨਹੀਂ, ਤੁਸੀਂ ਕਹਿੰਦੇ ਨੇ ਨਜ਼ਰਾਂ ਹੀ ਫੇਰ ਲਈਆਂ. ਜਦੋਂ ਮੈਂ ਨਜ਼ਰ ਹੀ ਨਹੀਂ ਕਰ ਰਿਹਾ ਉਸ ਵੱਲ, ਜੇ ਤਿਸ ਨਜ਼ਰ ਨਾ ਆਵੇ, ਜੇ ਇਸ ਮਨ ਨੂੰ ਰੱਬ ਨਜ਼ਰ ਹੀ ਨਹੀਂ ਆ ਰਿਹਾ, ਕੂੜ ਦੀ ਕੰਧ ਵਿੱਚ ਇੰਨੀ ਵੱਡੀ ਪਾ ਲਈ ਹੈ, ਕੂੜ ਦੀ ਪਾਲ ਤੋੜੀ ਨਹੀਂ, ਤਾਂ ਫਿਰ ਕੀ ਹੋਇਆ? ਉਹਦੇ ਵੱਲ ਅਸੀਂ ਨਜ਼ਰ ਨਹੀਂ ਕਰ ਰਹੇ. ਅਸੀਂ ਜੇ ਯੁਗ ਚਾਰੇ ਆਰਜਾ, ਜਿਹੜਾ ਟਾਈਮ ਸਾਨੂੰ ਮਿਲਿਆ ਗੁਰੂ ਦਾ ਗਿਆਨ ਲੈ ਕੇ, ਆਪਣੇ ਅੰਦਰੋਂ ਮੈਲ ਨੂੰ ਦੂਰ ਕਰਕੇ ਪਰਮਾਤਮਾ ਨੂੰ ਮਿਲਣਾ ਸੀ. ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਜਿੱਤੋਂ ਵਿਛੜੇ ਸੀ तो ਉਹਨੂੰ ਮਿਲਣ ਦੀ ਬਜਾਏ ਬਾਹਰ ਵੱਲ ਧਿਆਨ ਕੀਤਾ, ਅੰਦਰ ਉਹਦੇ ਵੱਲ ਦੇਖਿਆ ਹੀ ਨਹੀਂ, ਉਹਦੇ ਵੱਲ ਧਿਆਨ ਹੀ ਨਹੀਂ ਕੀਤਾ. ਤਾਂ ਬਾਤ ਨਾ ਪੁੱਛਿਆ ਕਿ ਫਿਰ ਇਹ ਮਨ ਕੀ ਕਰਦਾ, ਫਿਰ ਨਹੀਂ ਇਹ ਬਾਤ ਪੁੱਛਦਾ, ਫਿਰ ਉਹਦੇ ਵੱਲ ਜਾਂਦਾ ਹੀ ਨਹੀਂ, ਉਹਦੇ ਹੁਕਮ ਦੀ ਗੱਲ ਵੀ ਨਹੀਂ ਕਰਦਾ, ਸੁਣਨਾ ਹੀ ਨਹੀਂ ਚਾਹੁੰਦਾ. ਮੇਰੀ ਆਪਣੀ ਅਕਲ ਹੀ ਬੜੀ ਹੈ, ਜਿਵੇਂ ਪਿਛਲੀਆਂ ਪੌੜੀਆਂ 'ਚ ਵੀ ਆਇਆ ਸੀ, ਜੇ ਹਉ ਜਾਣਾ ਆਖਾਂ ਨਹੀਂ. ਜਦੋਂ ਮੈਂ ਇਹ ਜਾਣ ਲੈਣਾ ਕਿ ਮੇਰੀ ਅਕਲ, ਮੈਂ ਸਿਆਣਾ ਆ, ਫਿਰ ਮੈਂ ਆਖ ਨਹੀਂ ਸਕਦਾ, ਫਿਰ ਮੈਨੂੰ ਕਹਿਣਾ ਹੀ ਨਹੀਂ ਆਉਂਦਾ, ਫਿਰ ਮੈਨੂੰ ਉਹਦੀ ਹੁਕਮ ਨੂੰ ਮੰਨਣਾ ਹੀ ਨਹੀਂ ਆਉਂਦਾ, ਉਹਨੂੰ ਐਕਸਰਸਾਈਜ਼ ਕਰਨਾ ਨਹੀਂ ਆਉਂਦਾ. तो इत्थे नजर हो गई ऑब्जर्वेशन, ऑब्जर्व करना कि साडे अंदर हैगा आ. बट इफ आवर फोकस इज नॉट टूवर्ड्स दिस डेवलपमेंट जिहड़ी साडे अंदर होनी चाहिए, जो उधर ध्यान नहीं, फिर की होएगा? वी फेल टू आस्क द वे. जे साडा ध्यान ही नहीं कि असीं अपने अंदरों सोहणे बनना है, जे युग चारे आर जा असीं इहनूं सोहणा बनाउणा है, then we will fail. फिर असीं गुरु कोल आके हमेशा फेल हुंदे आ. फिर गुरु कोल आके असीं ये नहीं कहंदे कि गुरा एक देह बुझाई. मेरे नाल बोलियो, गुरा एक देह बुझाई, सबना जियां का एक दाता, सो मैं विसर न जाई. देखो असी फेल हुंदे हैं, बिकॉज मोस्ट ऑफ द टाइम व्हेन वी कम टू द गुरुद्वारा एंड वी पे भाई साहब टू डू द अरदास, वी नेवर से कि ए अरदास करो मेरी. इनफैक्ट मैं भी अरदास करदा, मैनू पता है कि किसी ने जे मैनू पैसे दिते, किसी का बिजनेस शुरू होया, अरदास करके विच मैं ही कहांगा सतगुरु जी बड़ी मेहर कीती, नवां काम शुरू कीता है, संतां के कारज आप खलोया, हर काम करावन आया, राम वाली कृपा करियो. किसी ने होर कोई अरदास करानी तो मैं नाल ही कह देना जी, जो मांगे ठाकुर अपने ते सोई सोई देवे, क्योंकि उन्हें सुनना है. ही स्टैंडिंग बिसाइड मी, शी इज स्टैंडिंग बिसाइड मी टू हियर माई अरदास. जबकि ए क्यों नहीं कह रहे असीं? ए फेलियर है साडा. जे तिस नजर ना आवे, जे असीं इस पासे ध्यान नहीं कर रहे कि किव सचियारा होई है, फिर साडी अरदास भी गुरु वाले ए वाली नहीं हुंदी. बात ना पुछे के, फिर असीं बात नहीं पुछदे, फिर असीं बात कहने आ, ए मेरी गल सुन लै गुरु, मैनू ए चाहिदा, ए चाहिदा, ए चाहिदा. फिर असीं उहदे कोलों ए नहीं कह रहे कि सबना जियां का एक दाता, सो मैं, कि मैनू ए गल समझा, मैं तेरे कोल आया, बस मैनू यही गल पल्ले पा दे, होर मैनू कुछ नहीं चाहिदा, एक ही गल मैनू समझा दे बस. गुरा एक देह बुझाई, एक गल मेरे पल्ले पा दे, ये कहना है हर बार आके. ये असीं ताही नहीं कह पाते. वी फेल टू आस्क दिस फ्रॉम अवर गुरु, बिकॉज साडा फोकस ही इस पासे नहीं है कि किव सचियारा होइए, कि मेरे अंदर मैल है,
मेरे अख, मेरे कन, मेरे सेंसरी ऑर्गन्स, मेरी कॉन्शियसनेस, मेरा माइंड मेरे नाल नहीं चल रहा, इट्स समवेयर एल्स। मैं मुंह ते राम राम बोल रहा पर मेरी जुबान उधर नहीं हैगी, मेरा ध्यान उधर नहीं है, सब वक्खो वक् चल रहा है, खिंडिया पिया है। ਜਦੋਂ ਮੈਨੂੰ ਪਤਾ ਹੋਵੇ ਤੇ ਫਿਰ ਮੈਂ ਗੁਰੂ ਕੋਲੋਂ ਮੰਗਾ ਨਾ। ਤੇ ਜਦੋਂ ਅਸੀਂ ਨਜ਼ਰ ਨਾ ਆਵੇ, ਜੇ ਇਸ ਪਾਸੇ ਨਜ਼ਰ ਨਹੀਂ ਕਰਦੇ ਤੇ ਫਿਰ ਬਾਤ ਨਾ ਪੁੱਛੇ ਕਿ ਨਾ ਇਹ ਮਨ ਕਦੀ ਪੁੱਛਦਾ ਆ ਕੇ। ਅਗਲੀ ਤੁਕ ਦੇਖਿਓ ਜੀ, ਕੀਟਾਂ ਅੰਦਰ ਕੀਟ, ਸਾਰੇ ਬੋਲਿਓ ਜੀ, ਕੀਟਾਂ ਅੰਦਰ ਕੀਟ, ਕਰ ਦੋਸ਼ੀ ਦੋਸ਼ ਧਰੇ। तो कीट हो गया, कीड़ा कहते ने, कीड़ा, इंसेक्ट। इंसेक्ट ਅਸੀਂ ਕਹਿੰਦੇ ਤੂੰ ਹੈ ਕੀ, ਮੇਰੇ ਸਾਹਮਣੇ ਕੀੜਾ ਹੀ ਹੈ ਨਿੱਕਾ ਜਿਹਾ। तो वेरी लोली, बड़ा नीवा, बड़ा कमजोर। तो ਅਸੀਂ ਆਪਣੀ, ਜਦੋਂ ਅਸੀਂ ਇਸ ਪਾਸੇ ਨੂੰ ਨਹੀਂ ਆਉਂਦੇ, ਜਦੋਂ ਅਸੀਂ ਆਪਣੇ ਅੰਦਰਲੇ ਇੰਪਰੂਵਮੈਂਟ ਵੱਲ, ਅੰਦਰਲੀ ਬਿਊਟੀ ਵੱਲ ਧਿਆਨ ਨਹੀਂ ਦਿੰਦੇ, ਜਦੋਂ ਸਾਡਾ ਮਨ ਗੁਰੂ ਕੋਲੋਂ ਇਹ ਮੰਗਣ ਤੋਂ ਹੀ ਅਸਮਰਥ ਹੋ ਜਾਂਦਾ, ਇਨਕੈਪੇਬਲ ਹੋ ਜਾਂਦਾ ਆ, ਫੇਲ ਕਰ ਜਾਂਦਾ ਹੈ, ਫਿਰ ਅਸੀਂ ਇਨਰ ਫਾਲ, ਦੇਖੋ ਕੀਟ ਅਸੀਂ ਲਿਖਿਆ ਲੋਲੀ, ਇਨਰ ਫਾਲ, ਸਾਡੀ ਅੰਦਰਲੀ ਡੀਗ੍ਰੇਡੇਸ਼ਨ ਸ਼ੁਰੂ ਹੋ ਜਾਂਦੀ ਹੈ। ਅਸੀਂ ਅੰਦਰੋਂ ਡੀਗ੍ਰੇਡ ਹੋ ਜਾਂਦੇ ਹਾਂ, ਥੱਲੇ ਡਿੱਗਦੇ ਜਾਂਦੇ ਹਾਂ। ਦੋਸ਼, ਇਹ ਥੱਲੇ ਡਿੱਗਣ ਦਾ ਦੋਸ਼ ਕਿਸੇ ਬੰਦੇ ਤੇ ਨਹੀਂ, ਕਿਸੇ ਹੋਰ ਬੰਦੇ ਤੇ ਨਹੀਂ ਜੀ। ਆਹ ਜੀ ਦੇਖੋ ਜੀ, ਸ਼੍ਰੋਮਣੀ ਕਮੇਟੀ ਕੁਝ ਨਹੀਂ ਕਰਦੀ, ਇਹ ਅੱਜ ਕੱਲ ਦੇ ਭਾਈ ਕੁਝ ਨਹੀਂ ਕਰਦੇ, ਬੜੇ ਬੜੇ ਅਲੱਗ-ਅਲੱਗ ਵਰਡ ਸੁਣਨ ਨੂੰ ਮਿਲਦੇ ਨੇ। तो दोष ਹੁੰਦਾ blame, now see here, and the blame for the continuous fall, ਕੀਟਾਂ ਅੰਦਰ ਕੀਟ। ਰੋਜ਼ਾਨਾ ਜਿਹੜਾ ਅਸੀਂ ਗਿਰਦੇ ਜਾ ਰਹੇ ਹਾਂ ਆਪਣੇ ਕਿਰਦਾਰ ਤੋਂ, ਭਾਵੇਂ ਤੁਸੀਂ ਬਾਹਰਲੇ ਪਾਸੋਂ ਕਹਿ ਦਿਓ ਪੰਥਿਕ, ਸਾਡੀ ਰਹਿਣੀ ਬਹਿਣੀ ਅਗੇ ਜੀ ਬੁਰਾ ਹਾਲ ਹੋਇਆ ਪਿਆ ਹੈ। the continuous fall inner, ਅੰਦਰੋਂ ਵੀ ਉਹਦਾ ਜਿਹੜਾ blame ਹੈ of our intellect, ਸਾਡੇ ਇੰਟੈਲੈਕਟ ਦੀ ਜਿਹੜੀ ਨਿਰੰਤਰ ਗਿਰਾਵਟ ਹੈ, will be us, on us, ਸਿਰਫ ਸਾਡੇ ਤੇ ਹੀ ਹੋਏਗਾ, ਕਿਸੇ ਹੋਰ ਤੇ ਬਲੇਮ ਨਹੀਂ। ਸਤਿਗੁਰੂ ਅਖੀਰਲੀਆਂ ਤੁਕਾਂ 'ਚ ਫਰਮਾਨ ਕਰਦੇ, ਮੇਰੇ ਨਾਲ ਬੋਲਿਓ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤਾਂ ਨਿਰਗੁਣ ਹੁੰਦਾ ਆ ਜਿਹਦੇ 'ਚ ਕੋਈ ਗੁਣ ਨਹੀਂ, ਜਿਹਦੇ 'ਚ ਗੁਣ ਨਹੀਂ ਸੀ ਸਾਡੇ ਅੰਦਰ। ਅਸੀਂ ਕਹਿੰਦੇ ਮੈਂ ਨਿਰਗੁਣ ਗੁਣ ਨਾ ਹੀ ਕੋਈ, ਮੇਰੇ ਅੰਦਰ ਕੋਈ ਗੁਣ ਨਹੀਂ। ਨਿਮਰਤਾ ਵਾਸਤੇ ਕਿਹਾ ਸਤਿਗੁਰੂ ਨੇ ਉੱਥੇ। तो निर्गुण गुण करे, गुरु दे ज्ञान दे नाल अंदर गुण आउंदे ने, असीं ये मंगना है। जे इस पासे ध्यान नहीं तो असीं निरंतर गिरदे जावांगे, जो असीं गिर रहे हैं। साडा रेगुलर कंटीन्यूअस फॉल हो रहा है, साडी इंटैलेक्ट दा, साडे कैरेक्टर दा, साडी सोच दा, साडी कॉन्शियसनेस दा। सतगुरु कहंदे ने निर्गुण हुंदा नो वर्च्यूज, गुणवंत हुंदा द वर्चुअस, जिहदे अंदर गुण ने। तो सो वी मस्ट हीड टू द इनर डिवाइन। ਅਸੀਂ ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਪਹਿਲਾਂ ਤੇ ਗੁਰੂ ਕੋਲੋਂ ਆ ਕੇ ਜਾਣਨਾ ਸਿੱਖੀਏ ਕਿ ਮੈਂ ਉਹਨੂੰ ਨਾ ਭੁੱਲਾਂ, ਫਿਰ ਉਹਨੂੰ ਸੁਣ ਕੇ ਟੂ ਐਨਕਰੇਜ ਆਵਰ ਈਵਲ ਮਾਈਂਡ ਟੂ ਐਬਜ਼ੌਰਬ ਇਨ ਵਰਚੂਜ਼। ਜਿਹੜਾ ਸਾਡਾ ਮਨ ਹੈ ਨਿਰਗੁਣ ਮਨ ਹੈ, ਜਿਹਦੇ ਅੰਦਰ ਕੋਈ ਗੁਣ ਹੀ ਨਹੀਂ, ਪਹਿਲਾਂ ਉਹ ਤਾਂ ਵਰਚੂਜ਼ ਲਵੇ, ਤੇ ਫਿਰ ਇਹ ਨਾ ਹੋਏ ਕਿ ਮੈਨੂੰ ਆਹ ਗੁਣ ਮਿਲ ਗਿਆ ਜੀ, ਮੈਂ ਚੰਗਾ ਹੋ ਗਿਆ ਜੀ, ਮੈਨੂੰ ਸੱਚ ਬੋਲਣਾ ਆ ਗਿਆ ਜੀ। ਉੱਥੇ ਸਟਾਪ ਨਹੀਂ ਕਰੀਦਾ, ਕੀਪ ਗਰੋਇੰਗ, ਕੀਪ ਵਾਕਿੰਗ। मैं आ सेवा मिल गई जी, मैनू मैं तो कथा करन लग गया, मैं बस हो गया, हूं मैनू दो शब्द आ गए, मैं वड्डा हो गया। एक गुण मिल गया, गुरुद्वारे आके चौर साहब की सेवा मिल गई, पर चौर साहब तक नहीं रहना है, अगे वधना है, गुरबाणी को पढ़ना है, फिजिकल सेवा तक ना रह जाए। सेवा वो है when you heed to your गुरु, जो गुरु की गल मनन लग जाते हो, सेवा होती है। जो इनर ट्रांसफॉर्मेशन होने लग जाए, जो अंदरों बदल लग जाओ, फिर सेवा समझियो। उदों क्यों कि असीं भागां वाले हाँ, नहीं तो फिर नहीं। इस करके नेवर स्टॉप इंप्रूविंग, जे जुग चारे आर जा, जो तक तुहाडे कोल आर जा उम्र हैगी है, कीप इंप्रूविंग, अपने आप को सोहना बनाई जाओ। सतगुरु अखीरली तुक विच फरमान करदे, मेरे नाल बोलियो जी, तेहा कोई न सुझई, जे तिस गुण कोई करे। ये बहुत इंपॉर्टेंट है, बाहरों कोई इहो जिहा नहीं। गुरु नानक साहब कहते, मैं इहो जिहा बाहर कोई बंदा नहीं देखदा जिहड़ा तुहानूं अंदरों बदल लवे। इट्स योर ओन रिस्पॉन्सिबिलिटी, है तुहाडी अपनी रिस्पॉन्सिबिलिटी है। कबीर साचा सतगुर क्या करे, गुरु तो सामने बैठा होया, गुरु अमरदास पातशाह भी सामने, गुरु रामदास पातशाह भी सामने, पर पृथ्वी चंद नूं अकल ही ना आई, है सी ना सामने। तो ये ना सोचो कि गुरु नानक किते फिजिकली आवे, ओहदा उपदेश, ओहदी गल तुहाडे कोल है। जिन्हां ने उपदेश सुनिया वो गुरु अर्जन साहब बन गए, जिन्हें नहीं सुनिया वो पृथ्वी चंद रह गया। ऑल्दो है सामने सी, गुरु तो सामने सी।
तो घर बैठिया निकट नित पास बिन भागा सतगुर ना मिले। अपने भाग नहीं चंगे, भाग होंगे जो असीं बना रहे हैं वो इस तरह बनते हैं। पौड़ी तुसीं सुन लिया, जे जुग चारे आर जा, लगातार इंप्रूव करना खुद नूं। तो कोई एनीवन तिहा कोई ना सुझे, मैनू बाहर कोई इहो जिहा नजर नहीं आउंदा। गुरु नानक साहब कहते कोई वड्डे तो वड्डा फिलोसफर, वड्डे तो वड्डा ज्ञानी हो सकता, गुरु हो सकता है, बट अंदरली जिहड़ी सुंदरता है, अंदरला जिन्ना वर्क है, इट्स योर ओन रिस्पॉन्सिबिलिटी। यू कैन रीड, यू कैन लिसन टू पीपल, यू कैन वॉच पीपल, बट द थिंग इज तुसी इंटरनलाइज करके अपने आप नूं कितना बदलने लई तैयार होंदे, डिपेंड्स ऑन यू। तो ये अपनी है। तो इत्थे हो गया, देयर इज नो वन आउटसाइड हु कैन मेक आवर ईवल माइंड टेस्ट। मेरे मन की गल हो रही है, इस मन नूं जिन्हों मैं सवारना है गुरु दे ज्ञान दे नाल। जे मैं इस पासे ध्यान नहीं देंदा, जे तुस नजर ना आवे तां बात ना पुछे कि मैं इस मन वाल ध्यान ही नहीं दिंदा, नजर ही नहीं करदा, फोकस ही नहीं करदा। दैट्स वाई कीटां अंदर कीट कर दोषी दोष तरे। सारा ब्लेम मैं अपने आप ते मैनूं लेना पवेगा, बिकॉज मेरा ध्यान इस मन वाल नहीं। ते गुरु नानक साहब कहंदे ए जानो, नो वन आउटसाइड, यू आर गोइंग टू पे समवन 41,000 या 40,000 या 4,000 या 100, जिन्होंने तुसीं कहता उन्हें तुहानूं माला फड़ा दी, उन्हें क्या मैं पाठ कर दांगा, ते ओ नहीं होना। ये तुहाडी अपनी यात्रा है, इट्स योर ओन रिस्पॉन्सिबिलिटी। Our evil mind walk on this path towards becoming सचियारा। किव सचियारा होई है, inner beauty। जे जुग चारे आरजा, तो ये साडी अपनी अंदरली जर्नी है। दिस इज अवर इनर जर्नी। गुरु कृपा करे असीं गुरु घर विच आईए, बड़े निमरता दे नाल जदों भी गुरुद्वारे आईए मत्था टेक के इक्को ही अरदास करिए, गुरु जी कुछ नहीं चाहिए, बस इन्नी क समझ दवो कि जिहदी गल तुसीं बार बार एक ओंकार कह के कहंदे हो सानू, ते कहंदे हो कि सदा साडे नाल है, आद सच जुगाद सच, मैं ओनू ना भुल्लां, मैं ओदे कहे च चलां, अपनी मत नूं मैं छड्डी जावां। दिस इज द मोस्ट इंपॉर्टेंट अरदास। और यही अरदास है इंपॉर्टेंट कि इत्थे ही खत्म है, इस तो अगे होर कुछ है भी नहीं। तुसीं अगे अगे जिवें बाणी देखोगे गल मुकनी होई इत्थे है, बाकी मंगिया तंगिया सब इत्थे दा इत्थे, वो सारिआं नूं मिलदा है, सारिआं दा जांदा भी है। ये रोने धोने सुख दुख बाहर दे लगे रहने हैं, नो वन कैन स्टॉप दैट। पर किसी होर ने मेरे अंदर आके चैन सुख गुण वडियाइयां सुंदरता नहीं देनी। ये मेरा अपना कारज है। इस करके मैं आप गुरु अगे अरदास करा कि सबना जियां का एक दाता, सो मैं विसर ना जाई।